ਆਪ ਜੀ ਵਡਭਾਗੇ ਹੋ ਸਤਿਗੁਰਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਅੰਮ੍ਰਿਤ ਵੇਲੇ ਤੋਂ ਸਮੇਂ-ਸਮੇਂ ਅਨੁਸਾਰ ਪਹੁੰਚ ਕਰਕੇ ਹਾਜ਼ਰੀਆਂ ਭਰ ਕੇ ਰਸਨਾ ਤੋਂ ਪਰਮਾਤਮਾ ਦਾ ਨਾਮ ਉਚਾਰਨ ਕਰਕੇ ਸਰਵਣ ਸਫਲ ਕਰਨ ਦੇ ਵਾਸਤੇ ਗੁਰੂ ਕੇ ਹਜ਼ੂਰੇ ਕੀਰਤਨੀਆਂ ਦੀ ਰਸਨਾ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਜੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ ਲੜੀਵਾਰ ਕਥਾ ਸਾਨੂੰ ਬਖਸ਼ਿਸ਼ ਕੀਤੀ ਹੈ, ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬਾਨਾਂ ਦਾ ਬਹੁਤ ਸੁਚੱਜਾ ਉਪਰਾਲਾ ਕਿ ਅਸੀਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਜੋ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਸਤਿਗੁਰਾਂ ਨੇ ਉਚਾਰਨ ਕੀਤੀ ਸਰਵਣ ਕਰ ਸਕੀਏ। ਅੱਜ ਦੇ ਲੜੀਵਾਰ ਪਾਠ ਦੇ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦੀ ਰਸਨਾ ਤੋਂ ਬੜੇ ਪਿਆਰ ਵਿੱਚ ਬੜੀ ਸ਼ੁੱਧਤਾ ਦੇ ਵਿੱਚ ਜੋ ਉਚਾਰਨ ਕੀਤੇ ਸਰਵਣ ਕੀਤੇ ਨੇ। ਕੁਝ ਜ਼ਰੂਰੀ ਬੇਨਤੀਆਂ ਆਪ ਜੀ ਪ੍ਰਤੀ ਕੀਤੀਆਂ ਨੇ ਜਿਨ੍ਹਾਂ ਤੇ ਸੰਗਤਾਂ ਨੇ ਖਿਆਲ ਕਰਕੇ ਪਹਿਰਾ ਦੇਣ ਦਾ ਯਤਨ ਕਰਨਾ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਨੁੱਖਾ ਜੀਵਨ ਦੀ ਸਫਲਤਾ ਦੇ ਵਾਸਤੇ, ਸੁਚੱਜਤਾ ਦੇ ਵਾਸਤੇ ਜੋ ਸਤਿਗੁਰਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ, ਇਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜਿਤਨੇ ਵੀ ਮਾਈ ਭਾਈ ਸੱਜ ਬੈਠੇ ਹੋ, ਦੇਸ਼ ਵਿਦੇਸ਼ ਤੋਂ ਟਾਈਮ ਟੀਵੀ ਚੜ੍ਹਦੀ ਕਲਾ ਦੇ ਰਾਹੀਂ ਸਰਵਣ ਕਰ ਰਹੇ ਹੋ, ਰਸਨਾ ਨੂੰ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਪਾਤਸ਼ਾਹ ਜੀ ਪੰਚਮ ਗੁਰਦੇਵ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਰਾਗ ਗੌੜੀ ਦੇ ਵਿੱਚ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ। ਮਾਲਵਾ ਗੌੜੀ ਦੀ ਜਾਤੀ ਹੈ। ਅਨੇਕ ਪ੍ਰਕਾਰ ਦੀ ਗੌੜੀ ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਉਚਾਰਨ ਕੀਤੀ। ਗੌੜੀ ਚੇਤੀ, ਗੌੜੀ ਬੈਰਾਗਣ ਆਦਿਕ ਇਸੇ ਤਰ੍ਹਾਂ ਗੌੜੀ ਮਾਲਵਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਵਸਤੂ ਨਿਰਦੇਸ਼ਕ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਇਸ ਸ਼ਬਦ ਦੀ ਆਰੰਭਤਾ ਤੋਂ ਪਹਿਲੋਂ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਸਤ ਚਿੱਤ ਆਨੰਦ ਸਰੂਪ ਹੈ, ਜੋ ਤ੍ਰਈ ਕਾਲ ਆਬਾਦ ਤਵੰਗ ਸਰੂਪ ਕਿਹਾ, ਜਿਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਓੰਕਾਰ, ਜਿਸ ਦੀ ਆਕਾਰ ਦੇ ਵਿੱਚ ਸਾਰਾ ਹੀ ਸੰਸਾਰ ਹੈ। ਆਕਾਰ ਉਕਾਰ ਮਕਾਰ ਇਹ ਸਾਰੀਆਂ ਮਾਤਰਾ ਤੋਂ ਰਹਿਤ ਸਤਿਗੁਰਾਂ ਨੇ ਸਰਵਰੇ ਕਾਇਨਾਤ ਨੂੰ ਉਸ ਆਕਾਰ ਦੇ ਵਿੱਚ ਅਕਾਲ ਪੁਰਖ ਦੇ ਹੋਂਦ ਦੇ ਵਿੱਚ ਕਥਨ ਕੀਤਾ ਹੈ। ਉਹ ਮਾਲਕ ਹੈ ਕੈਸਾ? ਐਸਾ ਜਿਹੜਾ ਵਿਸ਼ਾਲ ਹੈ, ਜਿਸ ਦੀ ਆਕਾਰ ਵਿੱਚ ਸਾਰਾ ਹੀ ਸੰਸਾਰ ਆਉਂਦਾ ਹੈ। ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਸਤ, ਤਿੰਨਾਂ ਕਾਲਾਂ ਵਿੱਚ ਸਤ ਹੈ, ਬਾਕੀ ਸਭ ਕੁਝ ਅਸਤ ਹੈ। ਪਰਮਾਤਮਾ ਸਤ ਹੈ, ਬ੍ਰਹਮ ਸਤ ਹੈ, ਜੀਵ ਅਸਤ ਹੈ। ਮਾਇਆ ਅਸਤ ਹੈ, ਕਿਉਂਕਿ ਮਾਇਆ ਜੜ ਵੀ ਹੈ ਤੇ ਚੇਤਨ ਵੀ ਹੈ। ਪਰ ਦੋਨੇ ਤਰ੍ਹਾਂ ਮਾਇਆ ਅਸਤ ਹੈ।
ਸੰਸਾਰ ਨੂੰ ਵੀ ਅਸਤ ਮੰਨਿਆ ਗਿਆ ਹੈ। ਇਸੇ ਲਈ ਸਾਹਿਬ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਿਥਿਨਾ। ਇਹ ਜਿਹੜੀਆਂ ਸਾਡੀਆਂ ਅੱਖਾਂ ਨੇ ਨਾ, ਇਹਨਾਂ ਅੱਖਾਂ ਦੇ ਨਾਲ ਜੋ ਕੁਝ ਵੀ ਸਾਨੂੰ ਦਿਖਾਈ ਦਿੰਦਾ ਹੈ, ਸੂਖਮ ਤੋਂ ਲੈ ਕੇ ਸਥੂਲ ਤੱਕ, ਉਹ ਸਾਰਾ ਕੁਝ ਹੀ ਨਾਸਵੰਤ ਹੈ, ਦ੍ਰਿਸ਼ਟਮਾਨ ਹੈ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਮਿਥੇਨਾ ਤੋਂ ਭਾਵ ਮਿਥਿਆ ਹੈ, ਨਾਸਵੰਤ ਹੈ, ਛਿਨ ਭੰਗਰ ਹੈ, ਝੂਠ ਹੈ। ਪਰ ਜਿਹੜਾ ਸਾਨੂੰ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਅਨੁਭਵ ਕੀਤਾ ਜਾਂਦਾ ਹੈ, ਉਹ ਹਮੇਸ਼ਾ ਸੱਤ ਹੈ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ। ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੈ ਗੋ। ਅਗਿਆਨ ਵਿੱਚ ਸੁੱਤੇ ਹੋਏ ਮਨੁੱਖ ਨੂੰ ਆਪਣਾ ਉਪਦੇਸ਼ ਦੇ ਕੇ, ਸ਼ਬਦ ਨਾਲ ਜੋੜ ਕੇ ਗਿਆਨ ਸੁਲਾਕਾ ਦੇ ਮਨ ਲੋਚਨ ਕਰ ਹੈ। ਸਤਿਗੁਰ ਪਾਪ ਵਿਮੋਚਨ ਦੀ ਬਖਸ਼ਿਸ਼ ਕਰਨ ਵਾਲਾ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਪ੍ਰਸਾਦ ਕਿਰਪਾ ਦੁਆਰਾ, ਪ੍ਰਭੂ ਦੀ ਕਿਰਪਾ ਦੁਆਰਾ ਉਸ ਨਿਰੰਕਾਰ ਦੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਹਰ ਨਾਮ ਲੇਹੋ ਮੀਤਾ ਲੇਹੋ। ਗੁਰਦੇਵ ਪਾਤਸ਼ਾਹ ਜੀ ਸਾਨੂੰ ਹਦਾਇਤ ਕਰਦੇ ਨੇ ਕਲਯੁਗੀ ਜੀਵਾਂ ਨੂੰ ਕਿ ਹਰ ਨਾਮ ਲੇਹੋ ਮੀਤਾ ਲੇਹੋ। ਹੇ ਮਿੱਤਰ, ਹੇ ਭਾਈ, ਹੇ ਪਿਆਰੇ, ਹੇ ਸਤ ਸੰਗੀ ਜਨੋ, ਹਰੀ ਪਰਮਾਤਮਾ ਦਾ ਨਾਮ ਲੇਹੋ, ਨਾਮ ਲਿਵੋ। ਹਰੀ ਪਰਮਾਤਮਾ ਦਾ ਨਾਮ ਲਵੋ, ਨਾਮ ਉਚਾਰਨ ਕਰੋ, ਨਾਮ ਸਰਵਣ ਕਰੋ, ਬਾਣੀ ਪੜੋ, ਬਾਣੀ ਸਰਵਣ ਕਰੋ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਲੇਹੋ, ਮੁਗਾਲਤਾ ਨਾ ਲੱਗ ਜਾਏ। ਸਤਿਗੁਰੂ ਪਾਤਸ਼ਾਹ ਜੀ ਦੁਬਾਰਾ ਇਹ ਸ਼ਬਦ ਰਿਪੀਟ ਕਰ ਰਹੇ ਨੇ ਕਿ ਨਾਮ ਲੈਣ ਵਾਸਤੇ ਸੰਸਾਰ ਦੇ ਉੱਤੇ ਆਏ ਤੂੰ ਪ੍ਰਾਣੀ, ਤੂੰ ਆਇਆ ਲਾਹਾ ਲੈਣ। ਲੱਗੈ ਕਿਤ ਕੁਪਖ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਪ੍ਰਾਣੀ ਤੂੰ ਲਾਹਾ ਲੈਣ ਵਾਸਤੇ ਆਏ, ਕਿਹੜੇ ਝੂਠੇ ਪਦਾਰਥਾਂ ਦੇ ਵਿੱਚ ਲੱਗਾ ਹੋਇਆ? ਤੇਰੀ ਉਮਰ ਰੂਪੀ ਰਾਤਰੀ ਮੁੱਕਦੀ ਜਾ ਰਹੀ ਹੈ। ਲਾਹਾ ਕਿਸ ਗੱਲ ਦਾ ਲੈਣਾ ਹੈ? ਸਾਹਿਬ ਕਹਿੰਦੇ ਤਾਂ ਵਪਾਰੀ ਜਾਣੀਏ ਲਾਹਾ ਲੈ ਜਾਵੋ। ਵਣਜ ਕਰੋ ਮਕਸੂਦ ਲਓ ਮਤ ਪਛੋਤਾਵੋ। ਵਪਾਰੀ ਉਸ ਨੂੰ ਜਾਣਿਆ ਜਾਂਦਾ ਜਿਹੜਾ ਲਾਹਾ ਪ੍ਰਾਪਤ ਕਰਕੇ ਜਾਂਦਾ। ਉਹ ਅਸਲ ਸਫਲ ਵਪਾਰੀ ਹੈ ਜਿਹੜਾ ਆਪਣੀ ਪੂੰਜੀ ਖਰਚ ਕੇ ਉਹਦੇ ਵਿੱਚੋਂ ਲਾਹਾ ਪ੍ਰਾਪਤ ਕਰਦਾ। ਤੇ ਸਤਿਗੁਰੂ ਕਹਿੰਦੇ ਨੇ ਵਣਜ ਕਰੋ ਮਕਸੂਦ ਲਓ ਮਤ ਪਛੋਤਾਵੋ। ਆਪਣੀ ਸਵਾਸਾਂ ਰੂਪੀ ਵਸਤੂ ਨੂੰ ਖਰਚ ਕਰਕੇ ਨਾਮ ਦਾ ਸੌਦਾ ਖਰੀਦਣਾ ਹੈ। ਇਹ ਜਿਹੜੇ ਤੁਸੀਂ ਸਵਾਸ ਬਤੀਤ ਕਰ ਰਹੇ ਹੋ ਨਾ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ, ਅੰਮ੍ਰਿਤ ਵੇਲੇ ਸਿਮਰਨ ਕਰਦੇ ਹੋ, ਨਿਤਨੇਮ ਕਰਦੇ ਹੋ, ਬਾਣੀ ਸਰਵਣ ਕਰਦੇ ਹੋ, ਇਹ ਸਵਾਸ ਸਾਡੇ ਜਿਹੜੇ ਲੇਖੇ ਵਿੱਚ ਲੱਗਦੇ ਨੇ। ਨਾਮ ਦੀ ਵਸਤੂ ਅਸੀਂ ਖਰੀਦਦੇ ਹਾਂ। ਉਹ ਵਸਤੂ ਜਿਹੜੀ ਇਹ ਸਤਿਗੁਰੂ ਕਹਿੰਦੇ ਇਹੋ ਧਨ ਆ ਖੁੱਟ ਨਾ ਨਿਖੁੱਟੈ ਨਾ ਜਾਏ। ਪੂਰਾ ਸਤਿਗੁਰ ਦੀਆ ਦਿਖਾਏ। ਇਹ ਨਾਮ ਦੀ ਵਸਤੂ ਜਿਹੜਾ ਧਨ ਹੈ ਕਦੇ ਵੀ ਮੁੱਕਦਾ ਨਹੀਂ। ਖਾਧਿਆ ਖਰਚਿਆ ਟੋਟ ਨ ਆਵੇ। ਕਰਤੇ ਕੀ ਦਾਤ ਸਵਾਈ ਰਾਮ। ਇਸ ਦੇ ਛਕਣ ਕਰਕੇ ਛਕਾਉਣ ਕਰਕੇ ਤੋਟ ਨਹੀਂ ਆਉਂਦੀ। ਇਸੇ ਲਈ ਸਤਿਗੁਰੂ ਜੀ ਕਹਿੰਦੇ ਆਪ ਜਪੈ ਅਵਰਾ ਨਾਮ ਜਪਾਵੇ। ਆਪ ਵੀ ਜਪਣਾ ਹੈ ਤੇ ਦੂਸਰਿਆਂ ਨੂੰ ਵੀ ਨਾਮ ਜਪਾਉਣਾ ਹੈ। ਆਪ ਵੀ ਛਕਣਾ ਹੈ ਤੇ ਦੂਸਰਿਆਂ ਨੂੰ ਵੀ ਛਕਾਉਣਾ ਹੈ। ਨਾਮ ਦੀ ਪੂੰਜੀ, ਨਾਮ ਦੀ ਵਸਤੂ ਅਸੀਂ ਆਪਣੇ ਸਵਾਸਾਂ ਦੀ ਪੂੰਜੀ ਖਰਚ ਕਰਕੇ ਪ੍ਰਾਪਤ ਕਰਨੀ ਹੈ। ਕਿਉਂਕਿ ਇਸ ਨਾਮ ਦੀ ਵਸਤੂ ਨੇ ਸਾਡੇ ਨਾਲ ਜਾਣਾ ਹੈ। ਦੁਨੀਆ ਦੇ ਪਦਾਰਥ ਤਾਂ ਇੱਥੇ ਰਹਿ ਜਾਣੇ ਨੇ, ਸਰੀਰ ਵੀ ਇੱਥੇ ਰਹਿ ਜਾਣਾ, ਕਿਉਂਕਿ ਸਰੀਰ ਵੀ ਤੇ ਅੱਖਾਂ ਨਾਲ ਦੇਖਦੇ ਆ ਨਾ ਅਸੀਂ, ਤੇ ਜੋ ਦੇਖਦੇ ਆ ਉਹ ਇੱਥੇ ਨਾਸਵੰਤ ਵਸਤੂ ਹੈ। ਇਸ ਲਈ ਐਸਾ ਨਾਮ ਹੈ ਜਿਹੜਾ ਸਾਡੇ
ਅੰਤਲੇ ਸਮੇਂ ਤੱਕ ਸਹਾਈ ਹੁੰਦਾ, ਅੰਤਲੇ ਸਮੇਂ ਤੱਕ ਹੀ ਨਹੀਂ, ਅੱਗੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਜਿਸ ਨੇ ਨਾਮ ਦੀ ਪੂੰਜੀ ਆਪਣੇ ਪਾਸ ਪ੍ਰਾਪਤ ਕਰ ਲਈ, ਉਸ ਨੂੰ ਰੇ ਰੇ ਦਰਗਾਹ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦੇਉ। ਜਿਹੜਾ ਨਾਮ ਦੀ ਪੂੰਜੀ ਲੈ ਕੇ ਨਾਲ ਜਾਏਗਾ ਨਾ, ਉਹਨੂੰ ਅੱਗੇ ਧਰਮਰਾਜ ਦੀ ਦਰਗਾਹ ਵਿੱਚ ਵੀ ਜਿਉ ਆਇਆ ਕਿਹਾ ਜਾਣਾ ਹੈ। ਧਰਮਰਾਜ ਐਸੇ ਚਵਹਿ ਕੀਤੋ ਭਵਨ ਪੁਨੀਤ, ਕਹਿਣਗੇ ਆਓ ਮਹਾਰਾਜ ਗੁਰਸਿੱਖੋ, ਆਓ ਪਿਆਰਿਓ, ਤੁਸੀਂ ਮੇਰੀ ਪੁਰੀ ਨੂੰ ਪਵਿੱਤਰ ਕਰ ਦਿੱਤਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਲੇਹੋ, ਹੇ ਮਿੱਤਰ ਪਿਆਰੇ, ਹੇ ਪ੍ਰਭੂ ਦੇ ਪਿਆਰੇ, ਹੇ ਸਤ ਸੰਗੀ, ਨਾਮ ਲੇਹੋ, ਨਾਮ ਲਵੋ ਸਤਿਗੁਰੂ ਪਾਤਸ਼ਾਹ ਜੀ ਦਾ। ਮਹਾਰਾਜ ਕਾਹਦੇ ਵਾਸਤੇ ਨਾਮ ਲਈਏ? ਇਹ ਜੀਵਨ ਜਿਹੜਾ ਮਿਲਿਆ ਏ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਇਹ ਖਾਣ ਪੀਣ ਵਾਸਤੇ, ਭੋਗਾਂ ਨੂੰ ਭੋਗਣ ਵਾਸਤੇ, ਦੁਨੀਆ ਦੀ ਐਸ਼ ਇਸ਼ਰਤ ਵਾਸਤੇ ਤਾਂ ਮਿਲਿਆ ਹੈ। ਸਾਹਿਬ ਕਹਿੰਦੇ ਨਹੀਂ ਭਲਿਆ, ਤੂੰ ਭੁਲੇਖੇ ਦੇ ਵਿੱਚ ਹੈ। ਦੁਨੀਆ ਦੇ ਪਦਾਰਥਾਂ ਦੇ ਵਿੱਚ ਖੱਚਤ ਹੋ ਕੇ ਜਿਹੜਾ ਤੂੰ ਚੱਲ ਰਿਹਾ ਨਾ ਜ਼ਿੰਦਗੀ ਦੀ ਚਾਲ, ਜਿਹੜੀ ਤੂੰ ਆਪਣੀ ਮੰਜ਼ਲ ਦੇ ਉੱਤੇ ਪਦਾਰਥਾਂ ਵਿੱਚ ਪਰਮਾਰਥ ਦੇ ਨੂੰ ਤਿਆਗ ਕੇ ਪਦਾਰਥਾਂ ਦੀ ਜ਼ਿੰਦਗੀ ਜੀ ਰਿਹਾ ਹੈ, ਇਹ ਰਸਤਾ ਬੜਾ ਭਿਆਨਕ ਹੈ। ਇਹ ਰਸਤਾ ਬਹੁਤ ਦੁਖਦਾਇਕ ਹੈ। ਅਵਕਟ ਗਲੀਆਂ ਭੀੜੀਆਂ, ਬਹੁਤ ਭਿਆਨਕ ਰਸਤਾ ਹੈ, ਬੜੀਆਂ ਔਖੀਆਂ ਬਾਟਾਂ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਆਗੇ ਬਿਖਮ ਪੰਥ ਭਿਆਨ। ਅੱਗੇ ਜਿਹੜਾ ਰਸਤਾ ਹੈ ਨਾ, ਜਿਸ ਰਸਤੇ ਤੂੰ ਚੱਲ ਰਿਹਾ ਹੈ, ਰਸਤਾ ਬਹੁਤ ਔਖਾ ਹੈ, ਬੜਾ ਭਿਆਨਕ ਰਸਤਾ ਹੈ। ਉਸ ਰਸਤੇ ਦੇ ਵਿੱਚ ਤੈਨੂੰ ਜੈ ਜਾਗਾਤੀ, ਜਾਗਾਤ ਲੈਣ ਵਾਲੇ ਜਿਹੜੇ ਜਮ ਨੇ ਨਾ, ਉਹ ਜੇ ਕੋਈ ਸ਼ੁਭ ਕਰਮ ਕੀਤਾ ਥੋੜਾ ਬਹੁਤਾ, ਰਸਤੇ ਦੇ ਵਿੱਚ ਹੀ ਤੇਰਾ ਲੁੱਟ ਲਿਆ ਜਾਣਾ ਹੈ। ਉਸ ਰਸਤੇ ਚੱਲ ਕੇ ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਇਸ ਕਰਕੇ ਜੇ ਮੰਜ਼ਿਲ ਤੇ ਪਹੁੰਚਣਾ ਹੈ ਨਾ, ਤੇ ਨਾਮ ਲਿਓ, ਪਰਮਾਤਮਾ ਦਾ ਨਾਮ ਲੈ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰ ਭਾਈ, ਸਿਮਰਨ ਕਰ, ਲੋਕ ਵਿੱਚ ਵੀ ਸੁਖ ਪ੍ਰਾਪਤ ਹੋਵੇਗਾ, ਪਰ ਲੋਕ ਵਿੱਚ ਵੀ ਸੁਖੀ ਹੋ ਜਾਏਗਾ ਉਸ ਭਿਆਨਕ ਰਸਤੇ ਤੋਂ। ਕਿਉਂਕਿ ਸਾਹਿਬ ਕਹਿੰਦੇ ਜਹ ਲਾਲਚ ਜਾਗਾਤੀ ਘਾਟ, ਦੂਰ ਰਹੀਓ ਜਨ ਤੇ ਬਾਟ। ਜਿਹੜਾ ਭਿਆਨਕ ਰਸਤਾ ਹੈ, ਦੁਖਦਾਇਕ ਰਸਤਾ ਹੈ, ਔਖਾ ਰਸਤਾ ਹੈ, ਉਹ ਰਸਤਾ ਗੁਰੂ ਦੇ ਸਿੱਖਾਂ ਦੇ ਵਾਸਤੇ ਨਹੀਂ। ਜੈ ਲਾਲਚ ਜਾਗਾਤੀ ਘਾਟ, ਜਿਸ ਘਾਟ ਰਸਤੇ ਵਿੱਚ ਤੇਥੋਂ ਜਗਾਤ ਲਈ ਜਾਣੀ ਹੈ ਨਾ, ਦੂਰ ਰਹੀਓ ਜਨ ਤੇ ਬਾਟ। ਬਾਟ ਨਾਮ ਵੀ ਰਸਤੇ ਦਾ ਹੈ। ਗੁਰੂ ਦੇ ਪਿਆਰਿਆਂ ਸਤ ਸੰਗੀਆਂ ਤੋਂ ਜਿਨ੍ਹਾਂ ਨੇ ਨਾਮ ਜਪਿਆ ਹੈ, ਉਹਨਾਂ ਤੋਂ ਰਸਤਾ ਦੂਰ ਰਹੇਗਾ। ਉਹਨਾਂ ਨੂੰ ਉਸ ਰਸਤੇ ਨਹੀਂ ਜਾਣਾ ਪੈਣਾ। ਉਹ ਤੇ ਗੁਰਮੁਖ ਆਵੇ ਜਾਏ ਨਿਸ਼ੰਕ, ਪਰ ਹਰ ਮਹਿਲ ਜਲਾਏ ਕਲੰਕ। ਉਹ ਤੇ ਗੁਰਮੁਖ ਪਿਆਰੇ ਨੇ, ਗੁਰਮੁਖ ਸੱਦੇ ਜਾਣ, ਆਵਣ ਘੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਉਹ ਜਮਾਂ ਦੇ ਵਾਸੀ ਨਹੀਂ ਪੈਂਦੇ, ਉਹਦਾ ਸੰਬੰਧ ਤੇ ਸਿੱਧਾ ਪਰਮਾਤਮਾ ਨਾਲ ਜੁੜ ਜਾਂਦਾ ਹੈ। ਵਿੱਚ ਕਿਸੇ ਵਿਚੋਲੇ ਦੀ ਵੀ ਲੋੜ ਨਹੀਂ ਪੈਂਦੀ, ਗੁਰੂ ਤੇ ਸਿੱਖ ਦੀ ਅਭੇਦਤਾ ਹੋ ਜਾਂਦੀ ਹੈ। ਰਹਾਉ ਸੇਵਤ ਸੇਵਤ ਸਦਾ ਸੇਵ, ਤੇਰਾ ਸੰਗ ਬਸਤ ਹੈ ਕਾਲ। ਸੇਵਤ ਸਿਮਰਦਿਆਂ ਸਿਮਰਦਿਆਂ ਸਦਾ ਸਿਮਰ ਉਸ ਮਾਲਕ ਨੂੰ। ਉਹਦੇ ਨਾਲ ਕੋਈ ਸ਼ਰਤ ਲਾ ਕੇ ਨਾ ਸਿਮਰਨ ਕਿ ਮੈਂ ਅੱਜ ਇਹ ਸਿਮਰਨ ਜਿਹੜਾ 8 ਘੰਟੇ ਕਰਨੇ, 2 ਘੰਟੇ ਕਰਨੇ, 10 ਮਿੰਟ ਕਰਨੇ, 40 ਦਿਨ ਕਰਨਾ ਹੈ, ਸੇਵਾ ਕਰਨੀ ਹੈ, 40 ਦਿਨਾਂ ਦੀ ਸੇਵਾ ਸੁੱਖ ਲਈ ਨਹੀਂ। ਸ਼ਰਤ ਲਾ ਕੇ ਕਦੇ ਵੀ ਗੁਰੂ ਦੇ ਦਰ ਦੇ ਉੱਤੇ ਕੋਈ ਵੀ ਸੇਵਾ ਸਿਮਰਨ ਨਹੀਂ ਕਰਨਾ। ਸਤਿਗੁਰੂ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਸਿਮਰਨ ਸਿਮਰਦਿਆਂ ਰਹੇ, ਸਿਮਰਦਾ ਰਹੇ।
ਕਬੀਰ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਕਿੰਨਾ ਕੁ ਚਿਰ ਸਿਮਰਨ ਕਰਨਾ ਚਾਹੀਦਾ, ਕਿੰਨਾ ਕੁ ਚਿਰ ਸਿਮਰਨ ਕਰੀਏ? ਤੇ ਕਬੀਰ ਸਾਹਿਬ ਜੀ ਨੇ ਸਾਨੂੰ ਕਲਯੁਗੀ ਇਸ ਜੀਵਾਂ ਨੂੰ ਬੜੇ ਸੌਖੇ ਸ਼ਬਦਾਂ ਵਿੱਚ ਸਮਝਾਇਆ ਹੈ। ਸਾਹਿਬ ਕਬੀਰ ਸਾਹਿਬ ਜੀ ਕਹਿੰਦੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ। ਸਾਰੰਗ ਪਾਣੀ ਪਰਮਾਤਮਾ ਦਾ ਨਾਮ ਹੈ। ਜਿੰਨਾ ਚਿਰ ਤੇਰਾ ਜੀਵਨ ਰੋਗਾਂ ਵਿੱਚ ਗ੍ਰਸਤ ਨਹੀਂ ਹੋਇਆ, ਜਿੰਨਾ ਚਿਰ ਤੇਰਾ ਕਾਲ ਨਜ਼ਦੀਕ ਨਹੀਂ ਆਇਆ, ਜਿੰਨਾ ਚਿਰ ਤੇਰੀ ਬਾਣੀ ਸ਼ੁੱਧ ਨਹੀਂ ਹੈ, ਸ਼ੁੱਧ ਰਹੇ। ਕਿਉਂਕਿ ਜਿਹਵਾ ਸ਼ੁੱਧ, ਜਦੋਂ ਜਿਹਵਾ ਦੇ ਵਿੱਚੋਂ ਰਸਨਾ ਦੇ ਵਿੱਚੋਂ ਸ਼ਬਦ ਵੀ ਸ਼ੁੱਧ ਨਹੀਂ ਨਿਕਲਨੇ, ਉਦੋਂ ਕੀ ਸਿਮਰਨ ਕਰੇਗਾ? ਜਦੋਂ ਪਸ਼ੂ ਦੀ ਜੂਨ ਮਿਲ ਗਈ ਫਿਰ ਕੀ ਸਿਮਰਨ ਕਰੇਗਾ? ਚਾਰ ਪਾਵ ਦੋ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਜਦੋਂ ਤੈਨੂੰ ਜੂਨਾਂ ਵਿੱਚ ਪੈ ਗਿਆ, ਪਸ਼ੂਆਂ ਦੀ ਜੂਨ ਤੈਨੂੰ ਪ੍ਰਾਪਤ ਹੋ ਗਈ, ਮੂੰਹ ਤੋਂ ਗੁੰਗਾ ਹੋ ਗਿਆ, ਸਿੰਘਾਂ ਵਾਲਾ ਪਸ਼ੂ ਬਣ ਗਿਆ, ਫਿਰ ਗਾਏਗਾ ਪਰਮਾਤਮਾ ਦੇ ਗੁਣ। ਇਸ ਲਈ ਭਾਈ ਸਿਮਰਦਿਆਂ ਸਿਮਰਦਿਆਂ ਸਿਮਰ ਉਸ ਮਾਲਕ ਨੂੰ, ਹਮੇਸ਼ਾ ਸਵਾਸ ਸਵਾਸ ਕਰਕੇ ਸਿਮਰਨ। ਸਾਸ ਸਾਸ ਸਿਮਰੋ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਮਾਲਕ ਦੀ ਦਰਗਾਹ ਵਿੱਚ ਤੇਰਾ ਮਸਤਕ ਉਜਲ ਹੋਵੇਗਾ। ਮਾਲਕ ਦੀ ਦਰਗਾਹ ਦੇ ਵਿੱਚ ਬਾਹਾਂ ਲੁਡਾਈਏ, ਬਾਹਾਂ ਲੁਡਾ ਕੇ ਬਾਹਾਂ ਉੱਚੀਆਂ ਕਰਕੇ ਮਾਲਕ ਦੀ ਦਰਗਾਹ ਵਿੱਚ ਜਾਏਗਾ। ਜਦੋਂ ਤੂੰ ਸਵਾਸ ਸਵਾਸ ਕਰਕੇ ਸਿਮਰਨ ਕਰੇਗਾ। ਪਰਿਵਾਰ ਨਹੀਂ ਤਿਆਗਣਾ, ਕਾਰੋਬਾਰ ਨਹੀਂ ਤਿਆਗਣਾ, ਸੰਸਾਰ ਨੂੰ ਨਹੀਂ ਤਿਆਗਣਾ, ਜੰਗਲਾਂ ਵਿੱਚ ਜਾਣਾ ਨਹੀਂ, ਪਹਾੜਾਂ ਵਿੱਚ ਬੈਠਣਾ ਨਹੀਂ। ਕਿਰਤ ਵਿਰਤ ਕਰ ਧਰਮ ਦੀ, ਆਪਣੀ ਕਿਰਤ ਵਿਰਤ ਕਰਦਿਆਂ ਵੀ ਪਰਮਾਤਮਾ ਦਾ ਨਾਮ ਜਪ ਸਕਦਾ ਹੈ। ਬੈਠਾ ਜਪ ਸਕਦਾ ਹੈ, ਘਰ ਵਿੱਚ ਜਪ ਸਕਦਾ ਹੈ। ਤੇਰਾ ਮਨ ਉਸ ਮਾਲਕ ਦੇ ਨਾਲ ਜੁੜਿਆ ਹੋਵੇ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿੰਨੀ ਸਹੂਲਤ ਦਿੱਤੀ ਪਾਤਸ਼ਾਹ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਸਦਾ ਸੇਵ, ਸਦਾ ਵਾਸਤੇ ਹਮੇਸ਼ਾ ਵਾਸਤੇ ਉਸ ਮਾਲਕ ਨੂੰ ਸੇਵ ਯਾਦ ਕਰ। ਇਹ ਗੱਲ ਧਿਆਨ ਵਿੱਚ ਰੱਖ ਕੇ ਕਰ। ਕਿਉਂ? ਤੇਰਾ ਸੰਗ ਵਸਤ ਹੈ ਕਾਲ। ਕਾਲ ਜਿਹੜੀ ਮੌਤ ਹੈ ਨਾ, ਉਹ ਹਮੇਸ਼ਾ ਤੇਰੇ ਨਾਲ ਵਸਦੀ ਹੈ, ਹਮੇਸ਼ਾ ਤੇਰੇ ਨਾਲ ਹੈ। ਇਸ ਲਈ ਕਬੀਰ ਸਾਹਿਬ ਜੀ ਦੇ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਕਾਲ ਜਿਹੜਾ ਨਾ, ਉਹ ਜਾਮ ਜਾਲ ਜਿਹੜਾ ਕਾਲ ਸ਼ਿਕਾਰੀ ਤੇਰੇ ਨਾਲ ਹਮੇਸ਼ਾ। ਪਤਾ ਨਹੀਂ ਤੈਨੂੰ ਕਦੋਂ ਆਪਣੇ ਜਾਲ ਵਿੱਚ ਫਸਾ ਲੈਣਾ। ਮੌਤ ਤੇਰੇ ਹਮੇਸ਼ਾ ਨਾਲ ਹੈ। ਇਸ ਲਈ ਸਿਆਣੇ ਕਹਿੰਦੇ, ਮੌਤ ਨੂੰ ਤੇ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਪਰਮੇਸ਼ਰ ਨੂੰ ਤੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜੇ ਮੌਤ ਯਾਦ ਹੈ ਨਾ, ਤੇ ਮਨੁੱਖ ਕਦੇ ਵੀ ਮੰਦੀ ਸੰਗਤ ਵਿੱਚ ਨਹੀਂ ਜਾਏਗਾ, ਵਿਸ਼ੇ ਵਿਕਾਰਾਂ ਵਿੱਚ ਖੱਚਤ ਨਹੀਂ ਹੋਏਗਾ, ਕਿਸੇ ਪ੍ਰਕਾਰ ਕੋਈ ਐਸੇ ਕਰਮ ਨਹੀਂ ਕਰੇਗਾ ਜਿਸ ਕਾਰਨ ਕਰਮ ਕਰਨ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਸ ਨੂੰ ਲੱਜਿਆਵਾਨ ਹੋਣਾ ਪਵੇ, ਸ਼ਰਮਸਾਰ ਹੋਣਾ ਪਵੇ। ਇਸ ਲਈ ਸਤਿਗੁਰੂ ਕਹਿੰਦੇ, ਸੰਗ ਬਸਤ ਹੈ ਕਾਲ। ਯਾਦ ਰੱਖ, ਕਾਲ ਮੌਤ ਹਮੇਸ਼ਾ ਤੇਰੇ ਨਾਲ ਹੈ। ਜੇ ਤੇਰੇ ਮਨ ਵਿੱਚ ਸਿਮਰਨ ਹੈ, ਰਸਨਾ ਤੇ ਸਿਮਰਨ ਹੈ, ਤੇ ਕਾਲ ਤੇਰਾ ਕੁਝ ਵਿਗਾੜ ਨਹੀਂ ਸਕੇਗਾ। ਕਿਉਂਕਿ ਜਹ ਲਾਲਚ ਜਾ ਗਾਤੀ ਘਾਟ, ਦੂਰ ਰਹੀਓ ਜਨ ਤੇ ਬਾਟ। ਉਹ ਰਸਤਾ ਵੀ ਤੇਰੇ ਤੋਂ ਦੂਰ ਹੈ, ਕਾਲ ਵੀ ਤੇਰੇ ਤੋਂ ਦੂਰ ਰਹੇਗਾ। ਕਰ ਸੇਵਾ ਤੂੰ ਸਾਧ ਕੀ, ਹੋ ਕਾਟਿਐ ਜਮ ਜਾਲ। ਹੇ ਜੀਵ, ਹੇ ਪ੍ਰਾਣੀ, ਹੇ ਭਾਈ, ਤੂੰ ਕਰ ਸੇਵਾ ਤੂੰ ਸਾਧ ਕੀ। ਸਾਧ ਸਤਿਗੁਰੂ ਦੀ, ਸਤਿਗੁਰੂ ਦੇ ਪਿਆਰਿਆਂ ਦੀ,
ਸਤ ਸੰਗੀਆਂ ਦੀ ਸੇਵਾ ਕਰ। ਬੜੀ ਸੇਵਾ ਕੀਤੀ ਤੁਸੀਂ ਕੱਲ। ਸਾਹਿਬੇ ਆਲਮ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹਨਾਂ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਰਕਾਬ ਸਿੰਘ ਸਾਹਿਬ ਵਿਖੇ ਦੀਵਾਨ ਅਸਥਾਨ ਲੱਖੀ ਸ਼ਾਹ ਵਣਜਾਰਾ ਦੇ ਅਸਥਾਨ ਤੇ ਮਨਾਇਆ। ਤੁਸੀਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਬੇਨਤੀਆਂ ਕੀਤੀਆਂ, ਦੇਰ ਤੱਕ ਦੀਵਾਨ ਸਜੇ ਰਹੇ, ਬੜੀਆਂ ਸੇਵਾਵਾਂ ਕੀਤੀਆਂ ਤੁਸੀਂ। ਗੁਰੂ ਕੇ ਲੰਗਰ ਚਲਾਏ, ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਵਰਤਾਏ, ਬੜੀ ਸੇਵਾ ਕੀਤੀ। ਮੁਬਾਰਕ ਹੈ ਤੁਹਾਨੂੰ। ਕੋਈ ਲੰਗਰ ਦੀ ਸੇਵਾ ਕਰੇ, ਕੋਈ ਜੋੜਿਆਂ ਦੀ ਸੇਵਾ ਕਰੇ, ਕੋਈ ਝਾੜੂ ਦੀ ਸੇਵਾ ਕਰੇ। ਪਰ ਮੈਂ ਇੱਕ ਵਾਰ ਪਹਿਲਾਂ ਵੀ ਬੇਨਤੀ ਕੀਤੀ, ਜਦੋਂ ਅਸੀਂ ਲੰਗਰ ਲਾਉਂਦੇ ਹਾਂ ਨਾ, ਸੇਵਾ ਕਰਦੇ ਹਾਂ, ਤੇ ਸਭ ਤੋਂ ਵੱਡੀ ਸੇਵਾ ਹੈ ਜਿਹੜੇ ਇੱਥੇ ਜੂਠੇ ਡੋਨੇ ਪਤਲਾਂ ਅਸੀਂ ਸੜਕਾਂ ਦੇ ਉੱਤੇ ਖਿਲਾਰ ਦਿੰਦੇ ਹਾਂ, ਉਹਨਾਂ ਨੂੰ ਸੰਕੋਚ ਕੇ ਜਾਈਏ, ਉਹਨਾਂ ਨੂੰ ਸਾਫ਼ ਕਰਕੇ ਜਾਈਏ, ਤਾਂ ਕਿ ਕਿਸੇ ਲੰਘਣ ਵਾਲੇ ਦੇ ਮਨ ਵਿੱਚ ਇਹ ਨਾ ਖਿਆਲ ਆਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੈਰੋਕਾਰਾਂ ਨੇ ਪ੍ਰਕਾਸ਼ ਪੁਰਬ ਤੇ ਮਨਾਇਆ, ਪਰ ਸੜਕਾਂ ਦੇ ਉੱਤੇ ਇਹ ਜੂਠੇ ਦੂਨੇ ਪਤਲਾਂ ਸੁੱਟ ਗਏ। ਉਹਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਰੰਚਕ ਮਾਤਰ ਵੀ ਵਿਰੋਧ ਨਾ ਆਵੇ। ਸਮਾਂ ਬਹੁਤ ਸੀਮਤ ਹੈ। ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੱਲ ਤੁਸੀਂ ਪ੍ਰਕਾਸ਼ ਪੁਰਬ ਮਨਾਏ। ਲਖਨੌਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੇ ਸਮੇਤ ਉਤਾਰਾ ਕੀਤਾ ਲਖਨੌਰ ਦੇ ਵਿੱਚ, ਤੇ ਲਖਨੌਰ ਦੇ ਵਿੱਚ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਏ ਪੀਰ ਬੁੱਧੂ ਸ਼ਾਹ ਜੀ। ਪਹਿਲੀ ਵਾਰ ਦਰਸ਼ਨ ਕੀਤੇ ਪੀਰ ਬੁੱਧੂ ਸ਼ਾਹ ਨੇ ਪਟਨੇ ਦੀ ਪਾਵਨ ਧਰਤੀ ਤੇ, ਜਿਨ੍ਹਾਂ ਨੂੰ ਬਦਰੁਦੀਨ ਵੀ ਕਿਹਾ ਜਾਂਦਾ ਹੈ। ਆ ਨਿਜ਼ਾਮੂਦੀਨ ਸਟੇਸ਼ਨ ਹੈ ਨਾ, ਇਸੇ ਬੰਸ ਦੇ ਵਿੱਚੋਂ ਪੀਰ ਬੁੱਧੂ ਸ਼ਾਹ ਜੀ ਦੀ। ਪੀਰ ਬੁੱਧੂ ਸ਼ਾਹ ਜੀ ਲਖਨੌਰ ਵਿੱਚ ਆਏ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ। ਵੇਖੋ ਕਿੰਨਾ ਸਤਿਕਾਰ ਹੈ ਪੀਰ ਬੁੱਧੂ ਸ਼ਾਹ ਜੀ, ਕਿਉਂਕਿ ਸਤਿਗੁਰਾਂ ਨੂੰ ਪ੍ਰਤੱਖ ਅੱਲਾ ਦਾ ਸਰੂਪ ਜਾਣਿਆ ਉਹਨਾਂ ਨੇ। ਪਾਲਕੀ ਤੋਂ ਉਤਰੇ, ਜੋੜਾ ਉਤਾਰ ਦਿੱਤਾ ਤੇ ਸਾਹਿਬਾਂ ਦੇ ਵੱਲੇ ਚੱਲ ਪਏ ਨੇ। ਪੀਰ ਜੀ ਦੇ ਮੁਰੀਦਾਂ ਨੇ ਸੋਚਿਆ ਵੀ ਇਹ ਪੀਰ ਜੀ ਕਿਸ ਪਾਸੇ ਜਾ ਰਹੇ ਨੇ। ਸਾਰਾ ਇਸਲਾਮ ਮੁਲਕ, ਵੱਡੇ ਵੱਡੇ ਬਾਦਸ਼ਾਹ ਇਹਨਾਂ ਨੂੰ ਝੁਕਦੇ ਨੇ, ਨਤਮਸਤਕ ਹੁੰਦੇ ਨੇ, ਸਲਾਮਾਂ ਕਰਦੇ ਨੇ, ਤੇ ਇਹ ਨੰਗੇ ਪੈਰ ਚੱਲ ਪਏ ਨੇ। ਨੰਗੇ ਪੈਰ ਚੱਲ ਕੇ ਪੀਰ ਬੁੱਧੂ ਸ਼ਾਹ ਜੀ ਸਾਹਿਬੇ ਆਲਮ ਸਰਬੰਸਦਾਨੀ ਪਿਤਾ ਜੀ ਤਾਂ ਗੋਬਿੰਦ ਰਾਏ ਨੇ, ਉਹਨਾਂ ਦੇ ਪਾਸ ਆਏ, ਦਰਸ਼ਨ ਕੀਤੇ। ਦਰਸ਼ਨ ਕਰਨ ਵਾਸਤੇ ਜਦੋਂ ਪਹੁੰਚੇ ਬੜਾ ਅਦਬ ਸਤਿਕਾਰ ਕੀਤਾ, ਸਤਿਗੁਰਾਂ ਨੇ ਵੀ ਸਤਿਕਾਰ ਕੀਤਾ ਹੈ। ਦੀਦਾਰ ਕਰਕੇ ਪਾਤਸ਼ਾਹ ਜੀ ਦੇ ਪੀਰ ਜੀ ਪਾਸ ਬੈਠ ਗਏ ਨੇ, ਤੇ ਪੀਰ ਜੀ ਬੁੱਧੂ ਸ਼ਾਹ ਜੀ ਕਹਿਣ ਲੱਗੇ, ਸਾਹਿਬ ਜੀ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ। ਕਹਿੰਦੇ ਮਹਾਰਾਜ, ਖੁਦਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਖੁਦਾ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਪਰਮਾਤਮਾ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤੇ ਖਿਆਲ ਰੱਖਿਓ ਸਾਹਿਬਾਂ ਨੇ ਕੀ ਬਚਨ ਕਹੇ। ਕਹਿਣ ਲੱਗੇ, ਪੀਰ ਜੀ ਜਿਵੇਂ ਦਿਨ ਤੇ ਰਾਤ। ਮਹਾਰਾਜ ਦਿਨ ਤੇ ਰਾਤ, ਦਿਨ ਤੇ ਰਾਤ ਦਾ ਤੇ ਕਦੇ ਮਿਲਾਪ ਹੋ ਹੀ ਨਹੀਂ ਸਕਦਾ, ਵਿਰੋਧਾਂ ਨੇ ਭਾਵ ਨੇ। ਜੇ ਦਿਨ ਹੋਵੇਗਾ ਤੇ ਰਾਤ ਨਹੀਂ ਹੋ ਸਕਦੀ, ਰਾਤ ਹੈ ਤੇ ਦਿਨ ਨਹੀਂ ਹੋ ਸਕਦਾ। ਰਾਤ ਨੂੰ ਕਿਤਨੀਆਂ ਵੀ ਲਾਈਟਾਂ ਜਗਾ ਲਓ ਫਿਰ ਵੀ ਰਾਤ ਹੀ ਰਹੇਗੀ। ਦਿਨ ਨੂੰ ਕਿਤਨਾ ਹਨੇਰਾ ਹੋ ਜਾਏ, ਬੱਦਲ ਛਾ ਜਾਏ, ਕੁੱਪ ਹਨੇਰਾ ਬਣ ਜਾਏ, ਪਰ ਉਹ ਦਿਨ ਰਾਤ ਵਿੱਚ ਤਬਦੀਲ ਨਹੀਂ ਹੋ ਸਕਦਾ। ਸਾਹਿਬ ਜੀ ਰਾਤ ਤੇ ਦਿਨ ਤੇ ਮਿਲ ਹੀ ਨਹੀਂ ਸਕਦੇ। ਤੇ ਸਾਹਿਬ ਕਹਿੰਦੇ ਇਸੇ ਪ੍ਰਕਾਰ ਹੀ ਹੈ। ਮਹਾਰਾਜ ਸਮਝੇ ਨਹੀਂ। ਕਹਿੰਦੇ ਮੈਂ ਤੇ ਤੂੰ ਦਾ ਮਿਲਾਪ ਨਹੀਂ ਹੋ ਸਕਦਾ। ਜਿਵੇਂ ਦਿਨ ਤੇ ਰਾਤ ਨਹੀਂ ਨਾ ਮਿਲਾਪ ਹੋ ਸਕਦਾ, ਮੈਂ ਤੇ ਤੂੰ ਦਾ ਮਿਲਾਪ ਨਹੀਂ ਹੋ ਸਕਦਾ। ਤੇ ਮਹਾਰਾਜ ਮੈਂ ਤੇ ਤੂੰ ਨੂੰ ਕਿਵੇਂ ਖਤਮ ਕੀਤਾ ਜਾਏ? ਕਿਉਂਕਿ ਜਿੰਨਾ ਚਿਰ ਮਨ ਦੇ ਵਿੱਚ ਹਉਮੈ ਮੈਂ ਆ ਨਾ, ਤੀਰਥ ਭਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ
ਜਿਉ ਕੁੰਚਰ ਇਸ਼ਨਾਨ। ਜੇ ਮਨ ਵਿੱਚ ਹਉਮੈ ਹੰਕਾਰ ਹੈ, ਮਨ ਵਿੱਚ ਮੈਂ ਹੈ, ਜਿਤਨਾ ਮਰਜੀ ਤੀਰਥ ਵਰਤ ਅਰ ਦਾਨ ਕਰ। ਤੀਰਥਾਂ ਦੇ ਇਸ਼ਨਾਨ ਕਰ ਲੈ, ਵਰਤ ਰੱਖ ਲੈ, ਦਾਨ ਕਰ ਲੈ, ਇਹ ਸਾਰੇ ਹਾਥੀ ਦੇ ਇਸ਼ਨਾਨ ਦੀ ਤਰ੍ਹਾਂ ਹੀ ਨੇ। ਮਹਾਰਾਜ ਫਿਰ ਮੈਂ ਤੇ ਤੂੰ ਖਤਮ ਕਿਵੇਂ ਹੋ ਸਕੇ? ਸਤਿਗੁਰੂ ਪਾਤਸ਼ਾਹ ਕਹਿੰਦੇ ਕਰ ਸੇਵਾ ਤੂੰ ਸਾਧਕੀ। ਸੇਵਾ ਕਰ, ਸੰਗਤ ਦੀ ਸੇਵਾ ਕਰ। ਸੰਗਤ ਦੀ ਸੇਵਾ ਕਰਨ ਕਰਕੇ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਦਿਆਂ ਕਰਦਿਆਂ ਕਾਮਨਾ ਤੋਂ ਰਹਿਤ ਹੋ ਜਾ। ਸੇਵਾ ਕਰ ਤੇ ਤੇਰੇ ਮਨ ਵਿੱਚ ਕੋਈ ਮੰਗ ਨਾ ਹੋਵੇ, ਕਾਮਨਾ ਨਾ ਹੋਵੇ, ਤੇਰੇ ਮਨ ਵਿੱਚ ਕੋਈ ਫੁਰਨੇ ਨਾ ਹੋਣ ਕਿ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਨਹੀਂ, ਕਾਮਨਾ ਤੋਂ ਰਹਿਤ ਸੇਵਾ ਕਰਨੀ ਹੈ। ਜੇ ਕਾਮਨਾ ਦੇ ਸਹਿਤ ਸੇਵਾ ਕਰਦੇ ਆ ਨਾ ਤੇ ਸਾਹਿਬ ਕਹਿੰਦੇ ਨੇ ਕਾਮਨਾ ਅਧੀਨ ਸਦਾ ਭਾਵਨਾ ਪ੍ਰਵੀਨ, ਇੱਕ ਭਾਵਨਾ ਬਹੀਨ ਕੈਸੇ ਪਾਵੇਂ ਜਗਦੀਸ਼ ਕੋ। ਜਗਦੀਸ਼ ਪਰਮਾਤਮਾ ਨੂੰ ਕਹਿੰਦੇ ਨੇ। ਉਹ ਭਲਿਆ ਕਾਮਨਾ ਦੇ ਅਧੀਨ ਹੋ ਕੇ, ਭਾਵਨਾ ਤੋਂ ਰਹਿਤ ਹੋ ਕੇ ਜਿੰਨੀ ਮਰਜ਼ੀ ਸੇਵਾ ਕਰ ਲਾ, ਜਗਦੀਸ਼ ਨਹੀਂ ਮਿਲ ਸਕੇਗਾ। ਉਹ ਤਾਂ ਭੋਲੇ ਭਾਏ ਮਿਲੇ ਰਘੁਰਾਇਆ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਵਾ ਕਰ, ਪਰ ਇੱਕ ਗੱਲ ਯਾਦ ਰੱਖੀ। ਪੀਰ ਜੀ ਕਿਹੜੀ? ਮਹਾਰਾਜ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਹੰਕਾਰ ਨਹੀਂ ਕਰਨਾ। ਸੇਵਾ ਦੇ ਵਿੱਚ ਮੈਂ ਨਹੀਂ ਆਉਣੀ ਚਾਹੀਦੀ। ਸਿੰਘ ਸਾਹਿਬ ਜੀ ਕਈ ਵਾਰੀ ਬੇਨਤੀਆਂ ਕਰਦੇ ਨੇ। ਆ ਵੇਖੋ ਮਹਾਂਪੁਰਸ਼ਾਂ ਵੱਲੋਂ ਸੇਵਾਵਾਂ ਚੱਲਦੀਆਂ ਨੇ। ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਕਿੰਨੀਆਂ ਸੇਵਾਵਾਂ ਚੱਲਦੀਆਂ ਨੇ। ਤੇ ਐਦਕਾਂ ਤੇ ਸੰਤਾਂ ਮਹਾਂਪੁਰਸ਼ਾਂ ਨੇ ਸੇਵਾ ਵਾਲੀ ਕਮਾਲ ਕਰ ਦਿੱਤੀ। ਇੱਕ ਕਹਾਵਤ ਬਣੀ ਹੋਈ ਹੈ ਨਾ, ਕਹਿੰਦੇ ਚੱਲਦੇ ਦਰਿਆਵਾਂ ਨੂੰ ਕਦੇ ਕਿਸੇ ਨੇ ਬੰਨ੍ਹ ਨਹੀਂ ਲਾਇਆ। ਉਹ ਗੱਲ ਵੀ ਝੂਠੀ ਸਾਬਤ ਕਰ ਦਿੱਤੀ। ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ, ਉਹਨੇ ਆਪਣੇ ਸਾਥੀਆਂ ਹੋਰ ਸੰਗੀਆਂ ਦੇ ਨਾਲ 8 ਥਾਂ ਤੇ ਚੱਲਦੇ ਦਰਿਆਵਾਂ ਨੂੰ ਬੰਨ੍ਹ ਲਾ ਦਿੱਤੇ ਆ। ਸੇਵਾ ਜਿਹੜੀ ਮਨੁੱਖਤਾ ਦੇ ਭਲਾਈ ਵਾਸਤੇ ਸੇਵਾ ਕੀਤੀ ਜਾਏ। ਤੇ ਸਾਹਿਬ ਕਹਿਣ ਲੱਗੇ ਪੀਰ ਜੀ ਸੇਵਾ ਕਰ, ਪਰ ਉਹਦੇ ਵਿੱਚ ਹਉਮੈ ਨਾ ਆਵੇ। ਸੇਵਾ ਵਿੱਚ ਹਉਮੈ ਆ ਗਈ ਨਾ ਤੇ ਖਿਦਮਤ ਕਰਦਮ ਊਂ ਖਦਾਰਾ ਖਾਦਮੋ ਮਕਦੂਮ ਸ਼ੁੱਧ। ਸਾਹਿਬ ਕਹਿਣ ਲੱਗੇ ਖਿਦਮਤ ਕਰਦਮ ਊਂ ਖਦਾਰਾ। ਖਿਦਮਤ ਕਰਦਿਆਂ ਕਰਦਿਆਂ, ਸੇਵਾ ਕਰਦਿਆਂ ਕਰਦਿਆਂ ਖੁਦ ਹੀ ਆ ਗਈ ਵਿੱਚ, ਹਉਮੈ ਆ ਗਈ ਵਿੱਚ, ਤੇ ਤੇਰੀ ਸੇਵਾ ਕਿਸੇ ਪ੍ਰਕਾਰ ਪ੍ਰਵਾਨ ਨਹੀਂ। ਪਰ ਖਿਦਮਤ ਕਰਦਮ ਊਂ ਖੁਦਾਰਾ ਖਾਦਮੋ ਮਕਦੂਮ ਸ਼ੁੱਧ। ਖਾਦਮ ਕਹਿੰਦੇ ਨੇ ਨੌਕਰ ਨੂੰ, ਮਕਦੂਮ ਕਹਿੰਦੇ ਨੇ ਮਾਲਕ ਨੂੰ। ਸੇਵਾ ਕਰੇਗਾ ਹਉਮੈ ਤੋਂ ਰਹਿਤ ਹੋ ਕੇ ਨੌਕਰ ਤੋਂ ਮਾਲਕ ਬਣ ਜਾਏਗਾ। ਗੁਰੂ ਅੰਗਦ ਸਾਹਿਬ ਜੀ ਦੀ ਸੇਵਾ, ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ, ਗੁਰੂ ਰਾਮਦਾਸ ਜੀ ਦੀ ਸੇਵਾ, ਕਹਿੰਦੇ ਨੌਕਰ ਤੋਂ ਮਾਲਕ ਬਣ ਜਾਏਗਾ। ਪਰ ਖਿਆਲ ਰੱਖੀ ਖਿਦਮਤ ਕਰਦਮ ਊਂ ਖਦੀਰਾ ਮਕਦੂਮੋ ਮਰਹੂਮ ਸ਼ੁੱਧ। ਜੇ ਤੂੰ ਸੇਵਾ ਕਰਦਿਆਂ ਕਰਦਿਆਂ ਹੰਕਾਰ ਆ ਰਿਹਾ ਵੀ ਇੱਥੇ ਮੇਰਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਅਸੀਂ ਤੇ ਗੋਲਕਾਂ ਤੇ ਵੀ ਆਪਣੇ ਨਾਮ ਲਿਖਾ ਲੈਨੇ ਆ। ਦੁਕਾਨ ਦਾ ਨਾਮ ਲਿਖਿਆ ਹੁੰਦਾ ਹੈ, ਸੰਗਤ ਮੱਥਾ ਟੇਕੇਗੀ ਤੇ ਫਲਾਣੀ ਦੁਕਾਨ ਦੀ ਗੋਲਕ ਬਣੀ ਹੈ, ਜ਼ਰੂਰ ਆਉਣਗੇ। ਗਾਹਕਾਂ ਨੂੰ ਪ੍ਰੇਰਨ ਵਾਸਤੇ ਵੀ ਨਾਂ ਲਿਖਾ ਦਿੰਦੇ। ਪੱਥਰਾਂ ਦੇ ਉੱਤੇ ਅਸੀਂ ਆਪਣਾ ਨਾਮ ਲਿਖਾਇਆ। ਗੁਰੂ ਘਰ ਵਿੱਚ ਵੀ ਅਸੀਂ ਆਪਣਾ ਨਾਮ ਦੇਖਦੇ ਹਾਂ, ਲਿਖਾਉਂਦੇ ਹਾਂ। ਓਏ ਭਲਿਆ ਇੱਥੇ ਤੇ ਗੁਰੂ ਦਾ ਨਾਮ ਲੈ, ਇੱਥੇ ਗੁਰੂ ਦੇ ਨਾਮ ਨਾਲ ਜੁੜ। ਸਾਹਿਬ ਕਹਿੰਦੇ ਜੇ ਤੂੰ ਹੰਕਾਰ ਕਰ ਲਿਆ ਨਾ ਸੇਵਾ ਕਰਦਿਆਂ ਕਰਦਿਆਂ, ਮਕਦੂਮ ਮਰਹੂਮ ਸ਼ੁੱਧ, ਤੂੰ ਮਾਲਕ ਤੋਂ ਤੇਰੀ ਆਤਮਿਕ ਮੌਤ ਹੋ ਜਾਏਗੀ। ਸੇਵਾ ਕੀਤੀ, ਹਉਮੈ ਕੀਤੀ, ਜਨਾ ਦਿੱਤਾ ਤੇ ਤੇਰੀ ਆਤਮਿਕ ਮੌਤ ਹੋ ਜਾਏਗੀ। ਇਸ ਲਈ ਸਾਹਿਬ ਕਹਿੰਦੇ ਨੇ ਕਰ ਸਾਹਿਬ ਸੇਵਾ ਤੂੰ ਸਾਧਕੀ। ਸਾਧੂ ਸਤਿਗੁਰੂ ਦੀ, ਗੁਰੂ ਦੀ ਸੰਗਤ ਦੀ ਸੇਵਾ ਕਰ, ਫਿਰ ਕੀ ਹੋਏਗਾ? ਕਾਟੀਏ ਜਮ ਜਾਲ। ਜਿਹੜਾ ਜਮਾਂ ਦਾ ਜਾਲ ਹੈ ਨਾ,
ਜਿਹੜਾ ਭਿਆਨਕ ਮੌਤ ਹੈ ਉਹ ਜਾਲ ਕੱਟਿਆ ਜਾਏਗਾ, 84 ਲੱਖ ਜੂਨ ਤੋਂ ਰਹਿਤ ਹੋ ਜਾਏਗਾ। ਹੋਮ ਜਗ ਤੀਰਥ ਕੀਏ, ਵਿੱਚ ਹਉਮੈ ਬਦੇ ਬਿਕਾਰ। ਸਾਹਿਬ ਜੀ ਸਪਸ਼ਟ ਬਚਨ ਕਹਿੰਦੇ ਨੇ, ਹੋਮ ਜਗ ਤੀਰਥ ਕੀਏ। ਹੋਮ ਕਰਨਾ, ਜਗ ਕਰਨਾ, ਤੀਰਥਾਂ ਦਾ ਰਟਨ ਕਰਨਾ, ਜਿਤਨੇ ਮਰਜ਼ੀ ਤੂੰ ਕਰਮ ਕਾਂਡ ਕਰ ਲੈ, ਪਰ ਜੇ ਵਿੱਚ ਹਉਮੈ ਹੈ ਨਾ ਤੇ ਇਹਦੇ ਵਿੱਚੋਂ ਵੀ ਤੇਰੇ ਮਨ ਵਿੱਚ ਵਿਕਾਰ ਪੈਦਾ ਹੋ ਜਾਣਗੇ। ਇਸੇ ਲਈ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਜੇ ਤੇਰੇ ਮਨ ਵਿੱਚ ਪ੍ਰੇਮ ਨਹੀਂ, ਕਿਉਂਕਿ ਸਤਿਗੁਰੂ ਜੀ ਪ੍ਰੇਮ ਵੀਰ ਵੀ ਨੇ, ਇਸੇ ਲਈ ਪਾਤਸ਼ਾਹ ਕਹਿੰਦੇ, ਕਹਾ ਪਇਓ ਦੋ ਲੋਚਨ ਮੂੰਦ ਕੇ ਬੈਠ ਰਿਓ, ਬਕ ਧਿਆਨ ਲਗਾਇਓ, ਨਾਥ ਫਿਰਿਓ ਲਿਓ ਸੋਤ ਲਾ, ਨਾਥ ਫਿਰਿਓ ਲਿਓ ਸਾਤ ਸਮੁੰਦਰਨ, ਲੋਕ ਗयो परलोक गवायो, बास कियो बिखियान सो बैठ के, ऐसे ही ऐसे सुबह बितायो, साच कहो सुन ले हो सब, जिन प्रेम कियो तिन ही प्रभ पायो। जे प्रेम नहीं ना, ये जितने भी तेरे सारे कर्म कांड ने ये व्यर्थ ने, इन्हां दे कारण करके तेरे मन विच विकार वधणगे। ये शुभ कर्म ने, सेवा करनी, दान करना, पुण्य करना, धर्म के कर्म करने, यज्ञ करने, तीर्थ करने, व्रत नेम करने, शुभ कर्म ने। पर शुभ कर्म करदियां करदियां मन हौमे हंकार विच आ गया, विच हौमे वधे, हौमे वध गई तेरे मन विच भी ये मैं कीता है। क्योंकि असी ना करन हार को तृण जाने, ਜਿਹੜਾ ਕਰਨਹਾਰ ਪਰਮਾਤਮਾ ਹੈ ਉਸ ਨੂੰ ਤਾਂ ਅਸੀਂ ਤਿਰਨ ਮਾਤਰ ਜਾਣਦੇ ਹਾਂ, ਆਪਣੇ ਆਪ ਨੂੰ ਪਹਾੜ ਸਮਝ ਲੈਨੇ ਆ। ਸ਼ੁਭ ਕਰਮ ਕਰਨ ਕਰਕੇ ਵੀ ਮਨ ਵਿੱਚ ਹਉਮੈ ਵਧੇ, ਵਿਕਾਰ ਵੱਧ ਜਾਂਦੇ ਨੇ, ਹਉਮੈ ਵੱਧ ਜਾਂਦੀ ਹੈ। ਤੇ ਜੇ ਮਨ ਵਿੱਚ ਹਉਮੈ ਆ ਗਈ, ਸਾਰਾ ਕੁਝ ਕੀਤਾ ਹੋਇਆ ਤੇਰਾ ਨਾਸ ਹੋ ਜਾਏਗਾ। ਅੱਗੇ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਸਹਾਇਕ ਨਹੀਂ ਬਣੇਗਾ। जो मैं पहलों बेनती की है, जो कुंचर इशनान, महावत हाथी नूं नदी विच वाड़ के बड़ा कूचदा है, उसनूं इशनान करवाउंदा है, बड़ा यतन करदा है, पर जदों हाथी बाहर आउंदा है ना, फिर वो बरेती दे उत्ते लेटण लग जांदा, केता होया इशनान बेअर्थ चले जांदा है। इसे तरह हौमे वधे विकार, वो साडे सारे शुभ कर्म जिहड़े ने छिन भंगर विच ही खत्म कर देंदे, नाश कर देंदे ने। नरक सुरग दोए पूंचना, होए बहुर बहुर अवतार। गल ध्यान विच रख, साहब कहंदे ने, ये नरक सुरग दोए पूंचन, ये नरक ते सुरग तैनूं दोने ही पूंचना भोगणे पैणगे। क्यों भोगणे पैणगे जी? इसलिए सतगुरु पातशाह जी कहते, सुरग नरक ते मैं रहे हो, सतगुर कै प्रसाद। जे सुरग ते नरक तो रहत होना है ना, तो सतगुरु की कृपा चाहिए है। सतगुरु की कृपा द्वारा सतगुरु पातशाह जी की रहमत बन जाए, मिल जाए, नरकां विच पैण दा डर नहीं, तो स्वर्गां विच जाण दी इच्छा नहीं है। क्योंकि संतन दो राधे, सतगुरु पातशाह कहते, हम काहू की कान न कढ़ते, सतगुर कै प्रसादे, कमन नरक क्या सुरग विचारा, संतन दो राधे। नरक की है, सुरग की है विचारा। गुरु दे प्यारियां ने, सत संगियां ने दोनों ही रद्द कर दिते। इसलिए भाई महा सिंह जी ने कहा सी, पातशाह गुरु गोबिंद सिंह साहब जी ਜਦੋਂ ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ, ਭਾਈ ਮਹਾ ਸਿੰਘ ਜੀ ਦਾ ਮੁਖ ਸਾਫ਼ ਕੀਤਾ, ਜਲ ਦੀਆਂ ਬੂੰਦਾਂ ਮੁਖ ਵਿੱਚ ਟਪਕਾਈਆਂ, ਅੱਖਾਂ ਖੁੱਲੀਆਂ ਨੇ, ਬੁੱਲੀਆਂ ਖੁੱਲੀਆਂ ਨੇ। ਪਾਤਸ਼ਾਹ ਕਹਿੰਦੇ, ਮੰਗ ਮਹਾ ਸਿੰਘ ਕੀ ਮੰਗਦਾ ਹੈ? ਤੇ ਮਹਾ ਸਿੰਘ ਨੇ ਇਹੀ ਕਿਹਾ, ਸਤਿਗੁਰੂ ਪਾਤਸ਼ਾਹ ਕਿਸੇ ਵਸਤੂ ਦੀ ਲੋੜ ਨਹੀਂ ਹੈ, ਕਿਸੇ ਵਸਤੂ ਦੀ ਲੋੜ ਨਹੀਂ ਹੈ, ਨਾ ਰਾਜ ਦੀ ਲੋੜ ਹੈ, ना दराज उम्र की लोड़ है। इसलिए
ਚਰਨ ਕਮਲ, ਚਰਨਾਂ ਦੀ ਕਮਲਾਂ ਦੀ ਮੌਜ ਮੰਗੀ ਹੈ। ਪ੍ਰੀਤ ਚਰਨ ਕਮਲਾਰੇ, ਪਾਲ ਮਾਲਕ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਦੇ। ਤੇ ਜਿਹਨੂੰ ਚਰਨਾਂ ਦੀ ਪ੍ਰੀਤ ਮਿਲ ਜਾਂਦੀ ਆ ਨਾ, ਉਹ ਨਰਕ ਤੇ ਸੁਰਗ ਤੋਂ ਰਹਿਤ ਹੋ ਜਾਂਦਾ ਹੈ, ਉਹ ਸਿੱਧਾ ਮਾਲਕ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ। ਇਸ ਲਈ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ, ਇਹ ਪੁੰਚਨ ਇਹ ਦੋਨੇ ਭੋਗਣੇ ਪੈਣਗੇ। ਕਿਉਂ ਭੋਗਣੇ ਪੈਣਗੇ ਜੀ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੋਏ ਬਾਹੁਰ ਬਾਹੁਰੇ ਅਵਤਾਰ। ਨਰਕ ਤੇ ਸੁਰਗ ਦੇ ਵਿੱਚ ਜਾਣ ਕਰਕੇ, ਕਿਉਂਕਿ ਇਹ ਮਨੁੱਖਾ ਜਨਮ ਜਿਹੜਾ ਹੈ ਨਾ, ਇਹ ਦੇਲੀ ਦੀਪਕ ਹੈ। ਦੇਲੀ ਦੀਪਕ ਸਮਝਦੇ ਹੋ ਨਾ, ਜਿਵੇਂ ਦਹਲੀਜ਼ ਹੁੰਦੀ ਹੈ ਕਮਰੇ ਦੀ, ਤੇ ਦਹਲੀਜ਼ ਵਿੱਚ ਖਲੋਤਾ ਮਨੁੱਖ ਬਾਹਰ ਵੀ ਜਾ ਸਕਦਾ ਹੈ, ਅੰਦਰ ਵੀ ਆ ਸਕਦਾ ਹੈ। ਜਿਸ ਪਾਸੇ ਨੂੰ ਕਦਮ ਚੁੱਕੋਗੇ, ਅੰਦਰ ਨੂੰ ਕਦਮ ਪੁੱਟਿਆ ਤੇ ਅੰਦਰ ਕਮਰੇ ਵਿੱਚ ਆ ਗਏ, ਬਾਹਰ ਨੂੰ ਰੱਖਿਆ ਤੇ ਬਾਹਰ ਚਲੇ ਗਏ। ਦੀਵਾ ਜਗਾ ਕੇ ਤੁਸੀਂ ਦਹਲੀਜ਼ ਤੇ ਰੱਖਦੇ ਹੋ, ਅੰਦਰ ਵੀ ਚਾਨਣ ਹੈ, ਬਾਹਰ ਵੀ ਚਾਨਣ ਹੈ। ਇਸੇ ਤਰ੍ਹਾਂ ਜੀਵਨ ਜਿਹੜਾ ਹੈ ਨਾ, ਜੇ ਤੇਰਾ ਨੀਵਾਂ ਚਲੇ ਗਿਆ ਮਨ, ਕਿਉਂਕਿ ਮਨ ਬੜਾ ਬੇਈਮਾਨ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਦੇ ਇਹ ਜਿਹੜਾ ਮਨ ਹੈ ਨਾ, ਬਹੁਤ ਨੀਵਾਂ ਚਲੇ ਜਾਂਦਾ ਹੈ, ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ। ਜਦੋਂ ਵਿਸ਼ਿਆਂ ਵਿਕਾਰਾਂ ਵਿੱਚ ਜਾਂਦਾ ਹੈ ਤੇ ਫਿਰ ਇਸ ਨੂੰ ਨਰਕਾਂ ਵਿੱਚ ਜਾਣਾ ਪੈਂਦਾ ਹੈ। ਜੇ ਥੋੜਾ ਜਿਹਾ ਉੱਪਰ ਨੂੰ ਉੱਠਦਾ ਹੈ, ਕੋਈ ਸ਼ੁਭ ਕਰਮ ਕਰ ਲੈਂਦਾ, ਦਾਨ ਪੁੰਨ ਕਰ ਲੈਂਦਾ, ਜਗ ਤਪ ਦਾਨ ਕਰਦਾ ਹੈ, ਤੇ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸਵਰਗ ਵੀ ਉਨਾ ਚਿਰ ਪ੍ਰਾਪਤ ਹੁੰਦੇ ਨੇ ਜਿੰਨਾ ਚਿਰ ਤੇਰੇ ਪੁੰਨ ਕਰਮ ਖਤਮ ਨਹੀਂ ਹੋ ਜਾਂਦੇ। ਜਦੋਂ ਤੇਰੇ ਪੁੰਨ ਕਰਮ ਖਤਮ ਹੋ ਗਏ, ਤੈਨੂੰ ਫਿਰ ਇੱਥੇ ਮਾਤ ਲੋਕ ਦੇ ਵਿੱਚ ਆ ਕੇ ਜੂਨਾਂ ਦੇ ਵਿੱਚ ਪੈਣਾ ਪਵੇਗਾ। ਇਸ ਕਰਕੇ ਨਾ ਗ੍ਰੰਥਕਾਰਾਂ ਨੇ ਬੜੀਆਂ ਉਦਾਹਰਨਾਂ ਦਿੱਤੀਆਂ। ਰਾਜਾ ਜੁਜਾਤੀ ਕਹਿੰਦੇ, ਜਿਸ ਨੇ ਬੜੇ ਪੁੰਨ ਕਰਮ ਕੀਤੇ ਤੇ ਸਵਰਗਾਂ ਵਿੱਚ ਚਲੇ ਗਿਆ, ਪੁੰਨ ਕਰਮ ਖਤਮ ਹੋ ਗਏ ਤੇ ਸਵਰਗਾਂ ਤੋਂ ਨੀਵਾਂ ਡਿੱਗ ਪਿਆ। ਕਹਿੰਦੇ ਉਹਦੇ ਭਾਣਜਿਆਂ ਨੇ ਫਿਰ ਨੀਵਾਂ ਨਹੀਂ ਡਿੱਗਣ ਦਿੱਤਾ। ਇਹ ਹਿੰਦੂ ਮਤ ਦੇ ਵਿੱਚ ਕਥਾਵਾਂ ਆਉਂਦੀਆਂ, ਮੈਂ ਇਸ ਪਾਸੇ ਨਹੀਂ ਜਾਣਾ। ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨਨ ਕੱਢਤੇ ਆਪਣੇ ਗੁਰ ਪ੍ਰਸਾਦੇ। ਕਹਿੰਦੇ ਅਸੀਂ ਇਹਦੀ ਕਾਣ ਹੀ ਨਹੀਂ ਕੱਢਦੇ, ਅਸੀਂ ਪਰਵਾਹ ਹੀ ਨਹੀਂ ਕਰਦੇ। ਸੁਰਗ ਵਿੱਚ ਜਾਣ ਦੀ ਇੱਛਾ ਨਹੀਂ, ਨਰਕਾਂ ਵਿੱਚ ਜਾਣ ਦਾ ਡਰ ਨਹੀਂ। ਅਸੀਂ ਤੇ ਚਰਨਾਂ ਦੀ ਪ੍ਰੀਤ ਚਾਹੁੰਦੇ ਹਾਂ, ਚਰਨ ਕਮਲਾਂ ਦੀ ਪ੍ਰੀਤ। ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਪਾਤਸ਼ਾਹ ਰਾਜ ਵੀ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦਾ। ਮੁਕਤ ਬੱਪੜੀ ਭੀ ਗਿਆਨੀ ਤਿਆਗੇ। ਸਾਹਿਬ ਤਾਂ ਕਹਿੰਦੇ ਗਿਆਨੀ ਮੁਕਤੀ ਵੀ ਨਹੀਂ ਚਾਹੁੰਦਾ, ਕਿਉਂਕਿ ਉਹ ਤੇ ਮਾਲਕ ਦੀ ਅਭੇਦਤਾ ਚਾਹੁੰਦਾ ਹੈ, ਮਾਲਕ ਦੇ ਵਿੱਚ ਲਖਤਾ ਚਾਹੁੰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਨਰਕ ਸੁਰਗ ਪਹੁੰਚਣ, ਇਹ ਨਰਕ ਤੇ ਸੁਰਗ ਭੋਗਣ ਵਾਲੇ ਨੇ। ਜੇ ਨਰਕ ਸੁਰਗ ਦੇ ਭੋਗਣ ਵਿੱਚ ਪੈ ਗਏ ਹੋ ਤੇ ਯਾਦ ਰੱਖੀ, ਮੁੜ ਮੁੜ ਕੇ ਜਨਮ ਲੈਣਾ ਪਵੇਗਾ। ਅਨੇਕ ਜਨਮ ਧਾਰਨ ਕਰਨੇ ਪੈਣਗੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਅਨੇਕਾਂ ਜਨਮ ਟੇਢੀਆਂ ਜੂਨਾਂ ਦੇ ਵਿੱਚ ਵੀ ਜਨਮ ਲੈਣਾ ਪਵੇਗਾ। ਸ਼ਿਵਪੁਰੀ ਬ੍ਰਹਮ ਇੰਦਰਪੁਰੀ, ਨਿਹਚਲ ਕੋ ਥਾਉ ਨਾਹੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜਾ ਜੀਵ ਕਰਮ ਕਾਂਡ ਕਰਦਾ ਹੈ ਨਾ, ਜਗ ਤਪ ਦਾਨ ਆਦਿ ਕਰਦਾ ਹੈ, ਕਾਦੇ ਵਾਸਤੇ ਕਰਦਾ ਹੈ? ਮੈਨੂੰ ਪੁਰੀਆਂ ਦੇ ਵਿੱਚ ਵਾਸਾ ਮਿਲ ਜਾਵੇ, ਇੰਦਰਪੁਰੀ ਮਿਲ ਜਾਏ, ਬ੍ਰਹਮਪੁਰੀ ਮਿਲ ਜਾਏ, ਸ਼ਿਵਪੁਰੀ ਮਿਲ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਯਾਦ ਰੱਖੀ ਭਲਿਆ, ਇਹ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨੇਚਲ ਕੋ ਥਾਉ ਨਾਹੇ। ਇਹ ਚਾਹੇ ਇੰਦਰਪੁਰੀ ਹੈ, ਚਾਹੇ ਸ਼ਿਵਪੁਰੀ ਹੈ, ਚਾਹੇ ਬ੍ਰਹਮਪੁਰੀ ਹੈ, ਕੋਈ ਵੀ ਥਾਂ ਨਿਸ਼ਚਲ ਨਹੀਂ ਹੈ, ਇੱਕ ਰਸ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ। ਇੰਦਰਪੁਰੀ ਮੈਂ ਸਰ ਪਰ ਮਰਨਾ, ਬ੍ਰਹਮਪੁਰੀ ਨੇ ਚਲ ਨਹੀਂ ਰਹਿਣਾ,
शिवपुरी का होए गो काला, त्रै गुण माया बिन सबे ताला। त्रै गुण, ये माया दे तिन्ने गुण ने, रजो तमो सतो। इन्हां विच जितने भी जीव आउंदे ने, क्योंकि ब्रह्मा विष्णु महेश ये तिन्नां गुणां दे विच ने, ये तिन्ने इंद्रियां पुरियां भी इन्हां तिन्नां गुणां दे अधीन ने। इस करके ये सारा जितना कुछ भी अडंबर है ना त्रैगुणी माया दा, ये सारा कहंदे ने स्थित नहीं रहने वाला है। सो अस्थान बतावो मीता, जां कहे हर हर कीर्तन नीता। कोई ऐसा नेचल थां है जिथे हरि परमात्मा की कीर्ति होंदी होवे, जिथे प्रभु दे जस गायन के करने कीते जाते होण। कवन अस्थान जो कब होना टरै। महाराज कहते वो कौन अस्थान है जेड़ा कदे चलाए मान हुंदा ही नहीं है। कवन शब्द जित दुरमत हरै। वो केड़ा शब्द है जिस शब्द दे करके खोटी मत चले जाए। वो केड़ा अस्थान है जिथे अस्तित रहिंदा है। ते सतगुरु पातशाह कहंदे ने वो है गुरमत, गुरु दी मत, गुरु की मत लैके। इसलिए साहब कहते गुर की मत तू लेहे आने, भगत बिना बहु डूबे सियाने। ए अजाने जीव इन्हां पुरियां दे चक्कर विच ना पए, गुरु दी मत लै, गुरु दी मत लैके तैनू सदा दा टिकाणा मिल जाएगा। बिन हर सेवा सुख नहीं, हो साकत आवे जाहे। साहब कहंदे बख्शिश करदे ने भाई, बिना हरि परमात्मा दी सेवा तो सिमरन तो सुख नहीं। ये सेवा ते सिमरन सतगुरां ने सानू दो थमियां बख्शिश कीतियां ने। सेवा इस करके है कि सिमरन दा हंकार ना आ जाए। सिमरन इस करके है कि सेवा विच होमे ना पैदा हो जाए। एक दूसरे दी होमे कट्टण वास्ते सेवा ते सिमरन दोने ही ने। पातशाह कहंदे इन्हां तो बिना सुख नहीं, किसी प्रकार दा सुख नहीं है। दुनियावी सुख भी जेड़े ने ये छिन भंगर ने। जेड़े सदा दे सुख चाहुंदा है ना, ते सेवा ते सिमरन कर जाओ, सुख को चाहे सदा। शरण राम की ले, जे सदा ते सुख चाहना ते प्रभु दी शरण लै। सेवा ते सिमरन करन करके सुख प्राप्त हुंदे ने। ते जे तेरे जीवन विच ना सेवा है ना सेवा है, कुछ भी नहीं, फिर की होगा? साकत आवे जाए। साकत जिहड़ा मालक नालों टुटिया होया है, साकत जिहड़ा माया दा पुजारी है, वो साकत मनुख मुड़ मुड़ के आउंदा ते जांदा है। जम जम मरै मरै फिर जम, बहुत सजाए पया देश लम्मे। देश लम्मे तो भाव 84 है। 84 दी जून विच पैंदा है। वो साकत मनुख मालक नालों टुटिया, माया दा अधीन, माया दा पुजारी मुड़ मुड़ के जन्म ते मरण दे विच पैंदा है। जैसो गुर उपदेशिया, मैं तैसो कहया पुकार। जिस तरह मैनू गुरु ने उपदेश बख्शिश कीता है, जिवें मैनू गुरु ने उपदेश बख्शिश कीता है, मैं उच्ची आवाज़ दे विच ओही उपदेश कीता है। पंचम गुरुदेव साहिब जी कहंदे ने, नानक दे पंजवीं जोत सतगुरु पातशाह जी नानक निरंकारी जी, जैसो गुरु उपदेसिया। साहिब जी पातशाह जी कहंदे ने, हों आपहुं बोल न जानदा, मैं कहया सब हुक्माओ जियो। जैसी मैं आवे खसम की बाणी, तैसड़ा करी ज्ञान वे लालो। महाराज कहंदे मैनू जिस तरह का गुरु ने उपदेश बख्शिश कीता है, मैं उच्ची आवाज़ दे विच ओही पुकार पुकार के क्या उपदेश दिता है। नानक कह सुन रे मना, कर कीर्तन होए उदार। इसलिए साहब जी बख्शिश कर दे, नानक कहंदा है, औंकड़ है। साहब श्री गुरु नानक पातशाह जी बख्शिश करते ने पंजवें निरंकारी जोत विच। सतगुरु पातशाह कहंदे, सुन ले रे मना, हे मना सुन,
ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੁਣ, ਕਿਉਂਕਿ ਅਸੀਂ ਸੁਣਦੇ ਹੀ ਨਹੀਂ ਹਾਂ। ਸੁਣ ਰਹੇ ਹਾਂ ਪਰ ਸੁਣਦੇ ਨਹੀਂ, ਕੰਨਾਂ ਨਾਲ ਸੁਣਦੇ ਹਾਂ, ਅੰਦਰ ਨਹੀਂ ਸਾਡੇ ਵਸਦਾ ਹੈ, ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਨ ਸੁਣ, ਕਰ ਕੀਰਤਨ। ਕੀ ਸੁਣਾ ਹੈ? ਕਹਿੰਦੇ ਕੀਰਤਨ ਕਰ, ਕੀਰਤੀ ਕਰ ਗੁਰੂ ਦੀ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ। ਕੀਰਤਨ ਤੋਂ ਭਾਵ ਹੈ ਗੁਰੂ ਦਾ ਜਸ, ਗੁਰੂ ਦੀ ਕੀਰਤੀ, ਗੁਰੂ ਦੀ ਵਡਿਆਈ ਕਰ ਤੇ ਸੁਣ। ਕਾਦੇ ਵਾਸਤੇ? ਕਹਿੰਦੇ ਹੋਏ ਉਧਾਰ, ਤੇਰਾ ਉਧਾਰ ਹੋ ਜਾਏਗਾ, ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ, 84 ਲੱਖ ਜੂਨ ਤੋਂ ਰਹਿਤ ਹੋ ਜਾਏਗਾ। ਫਿਰ ਤੇ ਜੋ ਜਲ ਮੈਂ ਜਲ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੋ ਲਾਹੋ। ਤੇਰਾ ਉਧਾਰ ਹੋ ਜਾਏਗਾ, ਮਾਲਿਕ ਵਿੱਚ ਤੇਰੀ ਅਭੇਦਤਾ ਹੋ ਜਾਏਗੀ। ਜਦੋਂ ਨਦੀਆਂ ਸਮੁੰਦਰ ਵਿੱਚ ਮਿਲ ਜਾਂਦੀਆਂ ਨੇ, ਸਮੁੰਦਰ ਦਾ ਰੂਪ ਹੋ ਜਾਂਦਾ ਹੈ। ਜੀਵ ਬ੍ਰਹਮ ਦੀ ਅੰਸ਼ ਹੈ, ਜਦੋਂ ਬ੍ਰਹਮ ਵਿੱਚ ਮਿਲ ਜਾਏ ਤੇ ਜੀਵਪਣਾ ਖਤਮ ਹੋ ਜਾਂਦਾ ਹੈ। ਪਾਤਸ਼ਾਹ ਨੇ ਸਿਮਰਨ ਦੀ ਹਦਾਇਤ ਕੀਤੀ, ਸਤਿਗੁਰੂ ਨੇ ਸਵਾਸ ਸਵਾਸ ਕਰਕੇ ਸਿਮਰਨ ਕਰਨਾ ਹੈ। ਕੋਟਾਨ ਕੋਟ ਧੰਨਵਾਦ।